ਅੱਜ ਰਮਨ ਜੀ ਇੱਕ ਸਵੇਰ ਦੀ ਬਹੁਤ ਨਿਊਜ਼ ਤਕੜੀ ਰਾਜੀ ਆ ਰਹੀ ਆ ਤੇ AT&T ਕਸਟਮਰ ਜਿਹੜੇ ਆ ਉਹ ਬਿਨਾਂ ਇੰਟਰਨੈਟ ਤੋਂ ਹੈਗੇ ਆ, ਬਿਨਾਂ ਉਹਨਾਂ ਦੀ ਜਿਹੜੀ ਸਰਵਿਸ ਆ ਉਹ ਡਾਊਨ ਹੈਗੀ ਆ। ਤੇ ਬਹੁਤ ਵੱਡੀ ਗਿਣਤੀ ਦੇ ਵਿੱਚ 73,000 ਤੋਂ ਵੱਧ AT&T ਦੇ ਕਸਟਮਰਸ ਨੇ ਰਿਪੋਰਟ ਕੀਤਾ ਵੀ ਉਹਨਾਂ ਦੇ ਜਿਹੜੇ ਸੈੱਲ ਫੋਨ ਸਰਵਿਸ ਆ ਉਹ ਨਹੀਂ ਚੱਲ ਰਹੀ ਹੈਗੀ। ਤੇ ਉਹਦਾ ਅਸਰ ਟਰੱਕਿੰਗ ਦੇ ਉੱਤੇ ਵੀ ਬਹੁਤ ਪੈ ਰਿਹਾ। ਕਹਿੰਦੇ ਜਿਹੜੇ ਸੈਲੂਲਰ ਕਮਿਊਨੀਕੇਸ਼ਨ ਸਪੋਰਟਸ ਜਿੱਦਾਂ ਇੰਜਨ ਕੰਟਰੋਲ ਮੋਡਿਊਲ ਅਪਡੇਟਸ, ਟਰੈਕਿੰਗ ਤੇ ਟੈਲੀਮੈਟਿਕਸ ਤੇ ਇਲੈਕਟ੍ਰੋਨਿਕ ਲੌਗਿੰਗ ਡਿਵਾਈਸਸ ਵੀ ਨਹੀਂ ਚੱਲ ਰਹੀਆਂ ਹੈਗੀਆਂ। ਸੋ ਇਸ ਸਿਚੁਏਸ਼ਨ ਦੇ ਵਿੱਚ ਟਰੱਕਰਸ ਨੂੰ ਕੀ ਕਰਨਾ ਚਾਹੀਦਾ? ਜੀ ਬਿਲਕੁਲ ਹਰਜੋਤ ਭਾਜੀ, ਇਸ ਸਿਚੁਏਸ਼ਨ ਦੇ ਵਿੱਚ ਜੇ ਤੁਹਾਡੀ ਇਲੈਕਟ੍ਰੋਨਿਕ ਲੌਗਬੁੱਕ ਨਹੀਂ ਚੱਲ ਰਹੀ ਹੈਗੀ ਤਾਂ ਤੁਹਾਨੂੰ ਡੈਫੀਨੇਟਲੀ ਆਪਣੀ ਪੇਪਰ ਲੌਗਬੁੱਕ ਜਿਹੜੀ ਆ ਉਹ ਬਣਾਉਣੀ ਚਾਹੀਦੀ ਆ ਤੇ ਪਿਛਲੇ 7 ਦਿਨਾਂ ਦਾ ਜਿਹੜਾ ਰੈਕਡ ਹੈਗਾ ਰੀਕਨਸਟਰਕਟ ਕਰਨਾ ਪੈਣਾ ਤੁਹਾਨੂੰ। ਠੀਕ ਹੈ। ਸੋ ਇਹ ਜਿਹੜੀ ਰਿਕੁਆਇਰਮੈਂਟ ਆ ਇਹ ਬਹੁਤ ਜ਼ਰੂਰੀ ਹੈਗੀ ਆ ਕਿ ਤੁਸੀਂ ਆਪਣੇ ਪਿਛਲੇ ਜਿਹੜੇ 7 ਦਿਨਾਂ ਦਾ ਜਿਹੜਾ ਹੈਗਾ ਆ ਔਨ ਟਾਈਮ, ਆਫ ਟਾਈਮ, ਬ੍ਰੇਕ ਟਾਈਮ, ਜੋ ਵੀ ਵਿੱਚ ਉਹ ਸਾਰਾ ਉੱਤੇ ਬਣਾਓ ਦੁਬਾਰਾ, ਘਟਾ ਜੜੋ ਆਪਣੀ ਲੌਗ ਬੁੱਕ ਤੋਂ ਤੇ ਉੱਤੇ ਲਿਖੋ ਹੁਣ ਦੁਬਾਰਾ। ਸੋ ਉਹ ਚੀਜ਼ ਜਿਹੜੀ ਆ ਉਹ ਤੁਹਾਨੂੰ ਜਿਹੜੀ ਆ ਉਹ ਕਰਨ ਦੀ ਲੋੜ ਹੈਗੀ ਆ। ਸੋ ਜੇ ਤੁਹਾਡਾ ਇਸ ਤਰ੍ਹਾਂ ਕਦੀ ਵੀ ਤੁਹਾਡੀ ਕੋਈ ਜਿਹੜੀ ਇਲੈਕਟ੍ਰੋਨਿਕ ਡਿਵਾਈਸ ਹੈਗਾ ਉਹ ਡਾਊਨ ਹੋ ਜਾਂਦਾ ਆ ਤੇ ਤੁਸੀਂ ਫॉर दैट ਟ੍ਰਿਪ ਓਨਲੀ, ਇਹ ਨਹੀਂ ਵੀ ਤੁਸੀਂ ਹੁਣ ਅਗਲਾ ਮਹੀਨਾ ਸਾਰੇ ਉੱਤੇ ਚੱਲੀ ਜਾਓ, ਪਰ ਫॉर दैट ਟ੍ਰਿਪ ਹਾਂਜੀ ਉਹਨੂੰ ਆਪਣਾ ਰੀਕਨਸਟਰਕਟ ਕਰੋ ਬੈਕ ਟੂ ਲਾਈਕ ਫॉर ਲਾਸਟ 7 days। ਠੀਕ ਹੈ। ਤੇ ਜਿਹੜਾ ਉਹ ਕਰਕੇ ਤਾਂ ਤੁਸੀਂ ਜਿਹੜਾ ਆ ਉਹ ਟਰੱਕ ਆਪਣਾ ਵਾਪਸ ਲਿਆ ਸਕਦੇ ਆ। ਪਰ ਡੈਫੀਨੇਟਲੀ ਇਹ ਕਾਫੀ ਪ੍ਰੋਬਲਮ ਹੈਗੀ ਆ ਇਸ ਵੇਲੇ। ਔਰ ਜਿਹੜੇ ਕਈ ਜਿਨ੍ਹਾਂ ਦੇ ਬਲੂਟੂਥ ਹੈਗੇ ਆ ਉਹਨਾਂ ਨੂੰ ਜ਼ਿਆਦਾ ਵੱਡੀ ਪ੍ਰੋਬਲਮ ਹੈਗੀ ਹੈ ਕਿਉਂਕਿ ਬਲੂਟੂਥ ਜਿਹੜੀ ਆ ਉਹ ਫਿਰ ਇੰਟਰਨੈਟ ਸਰਵਿਸ ਨਾਲ ਹੀ ਚੱਲਦੀ ਹੈ। ਤੇ ਉਹ ਫਿਰ ਜੇ ਤੁਸੀਂ ਇੰਟਰਨੈਟ ਸਰਵਿਸ ਦੇ ਉੱਤੇ ਇੱਦਾਂ ਹੈ ਕਿ ਜੇ ਤੁਸੀਂ ਡਾਟਾ ਜਿਹੜਾ ਆ ਉਹ ਲਾਅ ਇਨਫੋਰਸਮੈਂਟ ਨੂੰ ਟ੍ਰਾਂਸਫਰ ਨਹੀਂ ਕਰ ਪਾਉਂਦੇ ਤਾਂ ਫਿਰ ਉਹ ਜਿਹੜਾ ਆ ਤੁਹਾਨੂੰ ਇਸ਼ੂ ਖੜਾ ਹੋ ਸਕਦਾ ਹੈ। ਜੀ ਸੋ ਬਿਲਕੁਲ ਬਹੁਤ ਵੱਡੀ ਗਿਣਤੀ 'ਚ AT&T, ਈਵਨ ਵਰਾਈਜ਼ਨ ਤੇ T-Mobile ਦੇ ਜਿਹੜੇ ਫੋਨ ਆ ਉਹ ਅੱਜ ਸਵੇਰ ਤੋਂ ਹੀ ਰਿਪੋਰਟ ਕਰ ਰਿਹਾ ਵੀ ਉਹਨਾਂ ਦੇ ਵਿੱਚ ਇੰਟਰਨੈਟ ਸਰਵਿਸ ਜਿਹੜੀ ਆ ਉਹ ਉਹਨਾਂ ਦੀ ਡਾਊਨ ਆ। ਡਾਊਨ ਡਿਟੈਕਟਰਸ ਕਰਕੇ ਇੱਕ ਵੈਬਸਾਈਟ ਆ, ਕਹਿੰਦੇ ਵੀ ਮੇਜਰ ਆਊਟੇਜ ਹੈਗਾ ਅੱਜ ਅਮਰੀਕਾ ਦੇ ਵਿੱਚ ਸਵੇਰ ਦਾ। ਉਹ ਤਾਂ ਮੈਂ ਵੀ AT&T ਦਾ ਕਸਟਮਰ ਆ ਪਰ ਬਚਾ ਰਿਹਾ ਸਾਰਿਆਂ ਨੂੰ ਨਹੀਂ, ਪਰ ਕਾਫੀ ਥਾਵਾਂ ਦੇ ਉੱਤੇ ਜਿਹੜੀ ਇਸ ਟਾਈਮ ਦਿੱਕਤ ਜਿਹੜੀ ਉਹ ਦੇਖੀ ਜਾ ਰਹੀ ਹੈ। ਰੈਗੂਲਰ ਕਾਲ ਤੇ ਟੈਕਸਟ ਮੈਸੇजेस ਵੀ ਉਹ ਨਹੀਂ ਚੱਲ ਰਹੇ ਹੈਗੇ। ਤੇ ਰਮਨ ਜੀ, ਜਿਹੜੀ ਅਗਲੀ ਇਸ ਦੇ ਵਿੱਚ ਆਪਾਂ ਗੱਲ ਕਰਦੇ ਹਾਂ, ਬੈਂਕਰਪਸੀਜ਼ ਦਾ ਸਿਲਸਿਲਾ ਟਰੱਕਿੰਗ ਦੇ ਵਿੱਚ ਨਹੀਂ ਰੁਕ ਰਿਹਾ। ਟਰੱਕਿੰਗ ਕੰਪਨੀਜ਼, ਉਹਦੇ ਨਾਲ ਜੁੜੀਆਂ ਹੋਈਆਂ ਵੱਖ-ਵੱਖ ਖੇਤਰ, ਹੁਣ ਟੈਕਸਸ ਦੀ ਇੱਕ ਫੈਕਟਰਿੰਗ ਕੰਪਨੀ ਨੇ ਬੈਂਕਰਪਸੀ ਫਾਈਲ ਕੀਤੀ ਆ, ਉਹਦੇ ਉੱਤੇ ਉਹਨਾਂ ਦੋਸ਼ ਫਰਾਡ ਦੇ ਲੱਗੇ ਸੀਗੇ। ਜੀ ਬਿਲਕੁਲ, ਜਿੱਦਾਂ ਮੈਂ ਸ਼ੁਰੂ 'ਚ ਗੱਲ ਕੀਤੀ ਸੀ, ਟੈਕਸਸ ਬੇਸਡ ਕੰਪਨੀ ਹੈਗੀ ਹੈ ਜੈਨੇਸਿਸ ਨੈਟਵਰਕ ਟੈਲੀਕਾਮ ਫੈਕਟਰਿੰਗ ਕੰਪਨੀ ਆ। ਸੋ ਇਹ ਜਿਹੜੀ ਫੈਕਟਰਿੰਗ ਕੰਪਨੀ ਹੈਗੀ ਆ ਇਹਨਾਂ ਨੇ ਪਟੀਸ਼ਨ ਫਾਈਲ ਕੀਤੀ ਹੈਗੀ ਆ ਸੈਨ ਐਂਟੋਨੀਓ ਦੇ ਵਿੱਚ। ਤੇ ਜਿੱਦਾਂ ਕਿ ਆਪਾਂ ਦੱਸਿਆ ਸੀ ਕਿ ਇਹਦੀ 50,000 ਦੀ ਲਾਇਬਿਲਿਟੀਜ਼ ਹੈਗੀਆਂ, ਐਸੈਟਸ ਹੈਗੇ ਆ ਤੇ ਆਲਮੋਸਟ 500 ਮਿਲੀਅਨ ਤੱਕ ਦੀ ਲਾਇਬਿਲਿਟੀ ਹੈਗੀ ਆ ਤੇ 49 ਕ੍ਰੈਡੀਟਰਸ ਹੈਗੇ ਆ। ਫੈਡੈਕਸ ਸਪਲਾਈ ਚੇਨ ਲੌਜਿਸਟਿਕ, ਕੈਰਲਟਨ ਨੇ ਤੇ ਜਿਹੜੀ ਆਲਸੋ ਐਰੀਸ ਸੋਲਿਊਸ਼ਨ ਇੰਕ ਆਫ ਆਸਟਨ ਆ ਉਹ ਕ੍ਰੈਡੀਟਰਸ ਹੈਗੇ ਆ। ਪਰ ਇਹ ਬੇਅਰ ਬੋਨ ਜੀ ਹੈਗੀ ਆ, ਕੋਈ ਵੀ ਇਹਨਾਂ ਦੇ ਕੋਲ ਮਤਲਬ ਕਿ ਜਿੱਥੇ ਹੁਣ ਦੇਖੋ ਨਾ, ਜਿੱਥੇ ਹੁਣ $50,000 ਦੇ ਸਿਰਫ ਐਸੈਟ ਹੈ ਤੇ 500 ਮਿਲੀਅਨ ਦੀ ਉਹਦੀ ਲਾਇਬਿਲਿਟੀ ਹੈ ਤੇ ਉੱਥੇ ਕੀ ਮਿਲਣਾ ਹੈ, ਠੀਕ ਹੈ ਨਾ। ਤੇ ਉੱਥੇ ਵੇਚ ਕੇ ਵੀ ਕੀ, ਉੱਥੇ ਟੇਬਲ ਕੁਰਸੀਆਂ ਨੂੰ ਵੇਚ ਕੇ ਕੀ ਲੈ ਜਾਣਗੇ, ਹਨਾ। ਸਹੀ ਗੱਲ ਆ। ਸੋ ਇਹ ਆ ਵੀ ਜਿਹੜਾ ਇਹਦੇ ਆ ਕਿ ਫੈਡੈਕਸ ਨੇ ਲਾਸੂਟ ਕੀਤਾ ਸੀਗਾ ਲਾਸਟ ਈਅਰ, ਉਹਨਾਂ ਨੇ ਕੰਪਨੀ ਨੂੰ ਅਲੈਜ ਕੀਤਾ ਸੀਗਾ ਕਿ ਇਹਨਾਂ ਨੇ $67 ਮਿਲੀਅਨ ਦਾ ਜਿਹੜਾ ਫਰਾਡ ਕੀਤਾ ਹੈਗਾ। ਸੋ ਇਹ ਜਿਹੜਾ ਫਰਾਡ ਹੈਗਾ ਆ ਇਹ ਕਾਫੀ ਵੱਡਾ ਆ। ਤੇ ਪਰ ਜਿਹੜੀ ਸਿਚੁਏਸ਼ਨ ਦੇਖੋ ਉਹੀ ਚੱਲ ਰਹੀ ਆ ਕਿ ਟਰੱਕਿੰਗ ਇੰਡਸਟਰੀ ਦੇ ਵਿੱਚ ਜਦੋਂ ਬੂਮ ਸੀਗਾ ਉਦੋਂ ਬਹੁਤ ਜ਼ਿਆਦਾ ਐਕਸਪੈਂਸ਼ਨ ਹੋਈ ਹੈਗੀ ਆ। ਰਾਜਕੁਮਾਰ, ਆਪਾਂ ਪਿਛਲੇ ਹਫ਼ਤਿਆਂ ਦੇ ਵਿੱਚ ਗੱਲ ਵੀ ਕੀਤੀ ਸੀਗੀ ਕਿ ਜਿਹੜੀ ਆਪਣੀ ਆਪਾਂ ਗੱਲ ਕਰਦੇ ਸੀ ਨਾ ਵੀ ਹਜ਼ਾਰਾਂ ਜਿਹੜੀਆਂ ਆਪਣੀਆਂ ਟਰੱਕਿੰਗ ਕੰਪਨੀਆਂ ਖੁੱਲ੍ਹੀਆਂ ਹੈਗੀਆਂ ਉਸ ਦਰਮਿਆਨ, ਉੱਥੇ ਹੀ ਬ੍ਰੋਕਰਸ ਦੀ ਜਿਹੜੀ ਆ ਬ੍ਰੋਕਰ ਜਿਹੜੇ ਆ ਉਹਦੇ ਵਿੱਚ ਵੀ ਬਹੁਤ ਵੱਡੀ ਵੇਵ ਆਈ ਹੈਗੀ ਆ। ਉਹ ਵੀ ਆਲਮੋਸਟ
ਡਬਲ ਦੇ ਲਾਗੇ ਚਲੇ ਗਏ ਹੈਗੇ ਆ। ਸੋ ਬ੍ਰੋਕਰੇਜ ਜਦੋਂ ਕੀ ਹੁੰਦਾ ਕਿ ਜਦੋਂ ਤੁਸੀਂ ਹੁਣ ਆਪਾਂ ਗੱਲ ਕਰਦੇ ਕਿ ਟਰੱਕਿੰਗ ਕੰਪਨੀਆਂ ਕੈਪੈਸਿਟੀ ਜ਼ਿਆਦੀ ਆ, ਸੋ ਉਹ ਫਰੇਟ ਰੇਟ ਦੇ ਉੱਤੇ ਉਹ ਕੰਪੀਟ ਕਰਦੀਆਂ ਹੈਗੀਆਂ, ਫਰੇਟ ਰੇਟ ਥੱਲੇ ਸਿੱਟਦੀਆਂ ਹੈਗੀਆਂ, ਠੀਕ ਹੈ ਨਾ। ਇੱਦਾਂ ਹੀ ਜਿਹੜੇ ਬ੍ਰੋਕਰ ਆ ਉਹ ਵੀ ਆਪਸ 'ਚ ਕੰਪੀਟ ਕਰਦੇ ਆ ਜਦੋਂ ਸ਼ਿਪਰ ਕੋਲੋਂ ਲੋਡ ਲੈਣ ਜਾਂਦੇ ਆ। ਉਹ ਵੀ ਇੱਕ ਲੋਡ ਪਿੱਛੇ ਕਈ ਬ੍ਰੋਕਰ ਜਿਹੜੇ ਆ ਉਹ ਕੰਪੀਟ ਕਰਦੇ ਆ। ਸੋ ਉਹ ਉੱਥੇ ਹੁਣ ਜਦੋਂ ਤੁਸੀਂ ਬਿਡਿੰਗ ਦੇ ਵਿੱਚ ਤੁਸੀਂ ਸ਼ਿਪਰ ਕੋਲੋਂ ਲੋਡ ਲੈ ਕੇ ਆਉਣਾ ਤੇ ਆਲਵੇਜ਼ ਇਹੋ ਹੀ ਫਾਰਮੂਲਾ ਹੁੰਦਾ ਕਿ ਲੋਐਸਟ ਬਿਡਰ ਵਿਨਸ, ਠੀਕ ਹੈ ਨਾ। ਹੁਣ ਉਹਨੇ ਪਹਿਲਾਂ ਹੀ ਉੱਥੋਂ ਫਰੇਟ ਜਿਹੜਾ ਸ਼ਿਪਰ ਕੋਲੋਂ ਇੰਨਾ ਲੋ ਕਰਕੇ ਲਿਆ ਆ ਤੇ ਫਿਰ ਅੱਗੇ ਆਣ ਕੇ ਉਹਨੇ ਰੇਟ ਵੀ ਉਸੇ ਹਿਸਾਬ ਦਾ ਹੀ ਦੇਣੇ ਆ। ਸੋ ਇਹ ਸਿਰਫ ਇੱਕ ਟਰੱਕਿੰਗ ਕੰਪਨੀਆਂ ਦੇ ਵਿੱਚ ਜਿਹੜੀ ਹੈ ਕੈਪੈਸਿਟੀ ਦਾ ਵਾਧਾ ਨਹੀਂਗਾ, ਇਹ ਬ੍ਰੋਕਰੇਜ 'ਚ ਵੀ ਬਹੁਤ ਵਾਧਾ ਹੋਇਆ ਔਰ ਬਹੁਤ ਜ਼ਿਆਦੀਆਂ ਬ੍ਰੋਕਰੇਜ ਕੰਪਨੀਆਂ ਜਿਹੜੀਆਂ ਬੋਰਨ ਹੋਈਆਂ। ਔਰ ਜਿਹੜਾ ਬ੍ਰੋਕਰੇਜਸ ਦਾ ਫੇਲ ਹੋਣ ਦਾ ਰੀਜ਼ਨ ਆ ਇਹ ਵੀ ਇਹਨਾਂ ਚੀਜ਼ਾਂ ਕਰਕੇ ਹੀ ਹੈ। ਜਿੱਦਾਂ ਆਪਾਂ ਟਰੱਕਿੰਗ ਦੇ ਵਿੱਚ ਸੇਮ ਚੀਜ਼ ਆਪਾਂ ਸਮਝਾਉਂਦੇ ਸੀਗੇ ਕਿ ਜਿਹੜੇ ਨਵੇਂ ਟਰੱਕਰਸ ਆਏ ਹੈਗੇ, ਨਵੀਆਂ ਕੰਪਨੀਆਂ ਆਈਆਂ, ਐਕਸਪੈਂਡ ਹੋਈਆਂ, ਉਹ ਬਹੁਤ ਜਲਦੀ ਐਕਸਪੈਂਡ ਹੋ ਗਈਆਂ ਔਰ ਉਹਨਾਂ ਨੇ ਮਾਰਕੀਟ ਦੇ ਵਿੱਚ ਰੇਟ ਡ੍ਰੌਪ ਕਰਤਾ। ਇੱਦਾਂ ਹੀ ਬ੍ਰੋਕਰਸ ਨੇ ਜਿਹੜਾ ਆ ਬ੍ਰੋਕਰ ਦੀ ਕਮਿਊਨਿਟੀ ਦੇ ਵਿੱਚ ਜੇ ਜਾ ਕੇ ਦੇਖੀਏ ਜਿਹੜੇ ਐਸਟੈਬਲਿਸ਼ ਬ੍ਰੋਕਰ ਹੈਗੇ ਆ ਉਹਨਾਂ ਦੇ ਮੁਕਾਬਲੇ ਜਿਹੜੇ ਛੋਟੇ ਬ੍ਰੋਕਰ ਸੀ ਉਹਨਾਂ ਨੇ ਜਾ ਕੇ ਰੇਟ ਜਿਹੜੇ ਆ ਬਹੁਤ ਡ੍ਰੌਪ ਕਰ ਦਿੱਤੇ। ਸੋ ਉਹਨਾਂ ਦਾ ਮਤਲਬ ਕਹਿਣ ਦਾ ਇਹ ਆ ਕਿ ਇਹ ਹਰ ਪਾਸੇ ਇਹ ਚੀਜ਼ ਚੱਲ ਰਹੀ ਹੈਗੀ ਆ। ਸੋ ਮੇਰੇ ਖਿਆਲ ਦੇ ਵਿੱਚ ਜਦੋਂ 80s ਦੇ ਵਿੱਚ ਜਿਮੀ ਕਾਰਟਰ ਆਪਣੇ ਪ੍ਰੈਜ਼ੀਡੈਂਟ ਵੱਲੋਂ ਜਦੋਂ ਇਹਨੂੰ ਕੀਤਾ ਗਿਆ ਸੀਗਾ, ਡੀਰੈਗੂਲੇਟ ਕੀਤਾ ਗਿਆ ਸੀਗਾ, ਉਦੋਂ ਤੋਂ ਲੈ ਕੇ ਇਹਦੇ ਵਿੱਚ ਇੰਨੇ ਕੁ ਜ਼ਿਆਦੇ ਬ੍ਰੋਕਰੇਜ ਜਿਹੜੀਆਂ ਖੁੱਲ ਗਈਆਂ ਕਿ ਜਿਹਦਾ ਕੋਈ ਹਿਸਾਬ ਨਹੀਂ ਹੈਗਾ। ਸੋ ਇਸ ਕਰਕੇ ਜਿਹੜੀ ਇੰਡਸਟਰੀ ਹੈਗੀ ਹੈ ਨਾ, ਇੰਡਸਟਰੀ ਟੋਟਲੀ ਨਵੀਂ ਸ਼ੇਪ ਲੈਂਦੀ ਜਾ ਰਹੀ ਆ। ਔਰ ਜਿਹੜੀਆਂ ਇਲੈਕਟ੍ਰੋਨਿਕ ਬ੍ਰੋਕਰੇਜਸ ਹੈਗੀਆਂ ਉਹ ਕਿਉਂਕਿ ਦੇ ਮੇਕ ਲਾਟ ਆਫ ਮਨੀ ਬਾਏ ਆਹ ਜਿਹੜੀ ਮਾਰਕੀਟ ਦੇ ਵਿੱਚ ਆਣ ਕੇ, ਕਿਉਂਕਿ ਜਿਹੜਾ ਬੰਦੇ ਨੂੰ ਬਿਠਾਉਣਾ ਆ ਉੱਥੇ ਤੁਸੀਂ ਜਿਹੜੀ ਆਰਟੀਫਿਸ਼ੀਅਲ ਇੰਟੈਲੀਜੈਂਸ ਹੈ ਉਹਨੂੰ ਯੂਜ਼ ਕਰਕੇ ਤੁਸੀਂ ਰੇਟਸ ਜਿਹੜੇ ਆ ਕੰਪੈਰੇਟਿਵ ਰੇਟਸ ਕਰ ਲੈਂਦੇ ਆ, ਪਰ ਅਲਟੀਮੇਟਲੀ ਕਿਤੇ ਨਾ ਕਿਤੇ ਜਾ ਕੇ ਉਹਨੇ ਨੁਕਸਾਨ ਤਾਂ ਕਰਨਾ ਹੀ ਹੈ। ਜੀ ਜੀ ਬਿਲਕੁਲ। ਤੇ ਆਪਣੇ ਨਾਲ ਕੁਝ ਕਾਲਰ ਜਿਹੜੇ ਆਪਾਂ ਉਹਨਾਂ ਦੇ ਵੀ ਵਿਚਾਰ ਹੈ ਜਿਹੜਾ ਸੁਣਦੇ ਉਹਨਾਂ ਦੇ ਵੀ ਗੱਲ ਲੈਂਦੇ ਆ। ਤੇ ਸਰੋਤੇ ਤੁਸੀਂ ਵੀ ਕਾਲ ਕਰ ਸਕਦੇ ਹੋ 408 272 5200। ਅਮਰੀਕ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਭਾਈ ਆਪਾਂ ਹੁਣੇ ਗੱਲ ਕਰਦੇ ਸੀ ਨਾ ਆਪਣਾ AT&T ਦੀ ਇੰਟਰਨੈਟ ਡਾਊਨ ਹੋਣ ਦੀ। ਜੀ ਜੀ ਹਾਂਜੀ ਹਾਂਜੀ। ਤਾਂ AT&T ਦੀ ਸਰਵਿਸ ਦੀ ਪ੍ਰੋਬਲਮ ਬਹੁਤ ਦੂਰ ਤੱਕ ਹੋਈ ਹੈ, ਕਿਉਂਕਿ ਮੈਂ ਆਰਕਨਸਾ ਡਰਾਈਵਰ ਸੀਗਾ ਤੇ ਉੱਥੇ ਵੀ ਯਾਨੀ ਕਿ ਪ੍ਰੋਬਲਮ ਹੋਈ ਹੈ, ਖਾਲੀ ਕੈਲੀਫੋਰਨੀਆ 'ਚ ਨਹੀਂ ਹੈਗੀ ਇਹ। ਜੇ ਪੂਰੇ USA 'ਚ ਕਹਿੰਦੇ ਸ਼ਾਇਦ ਚਾਈਨੀਜ਼ ਕਿਸੇ ਹੈਕਿੰਗ ਕੰਪਨੀ ਇਨਵੋਲਵ ਆ, ਹਜੇ ਸਵੇਰੇ ਹੀ ਹੋਈ ਆ, ਇਹ ਕਾਫੀ ਵੱਡੀ ਆ। ਹਾਂਜੀ ਤੇ ਭਾਜੀ ਜਿਹੜਾ ਹਾਂਜੀ ਆਪਾਂ ਇਲੈਕਟ੍ਰੋਨਿਕ ਲੌਗ ਬੁੱਕ ਦੀ ਗੱਲ ਕਰਦੇ ਸੀਗੇ ਨਾ। ਜੀ ਜੀ। ਤੇ ਲੌਗ ਬੁੱਕ ਜਿਹੜੀ ਆ ਆਪਣਾ ਇੰਟਰਨੈਟ ਨਾ ਹੋਵੇ ਤਾਂ ਵੀ ਚੱਲਦੀ ਰਹਿੰਦੀ ਹੈ, ਉਹਦੇ ਪੇਪਰ ਲੌਗ ਬਣਾਉਣ ਦੀ ਲੋੜ ਨਹੀਂ ਹੈ। ਖਾਲੀ ਇਹ ਕਿ ਤੁਹਾਡਾ ਡੇਟਾ ਤੁਹਾਡੀ ਡਿਵਾਈਸ ਤੋਂ ਉਹਨਾਂ ਦੇ ਸਰਵਰ ਨੂੰ ਨਹੀਂ ਟ੍ਰਾਂਸਫਰ ਹੋ ਰਿਹਾ, ਲੇਕਿਨ ਤੁਹਾਡਾ ਡੇਟਾ ਜਿਹੜਾ ਹੈ ਉਹ ਤੁਹਾਡੀ ਡਿਵਾਈਸ ਦੇ ਵਿੱਚ ਪੂਰਾ ਸਟੋਰ ਹੋ ਰਿਹਾ। ਤੁਸੀਂ ELD ਨੂੰ ਵਰਤੋ, ਆਪਣਾ ਚੱਲਦੇ ਰਹੋ, ਜਦ ਤੁਹਾਡਾ ਇੰਟਰਨੈਟ ਕਨੈਕਟ ਹੋਏਗਾ ਉਹ ਡੇਟਾ ਟ੍ਰਾਂਸਫਰ ਹੋ ਜਾਏਗਾ। ਤੇ ਪੇਪਰ ਲੌਗ ਬਣਾਉਣ ਦੀ ਕੋਈ ਲੋੜ ਨਹੀਂ ਹੈਗੀ ਇਹਦੇ ਵਿੱਚ, ਤੁਸੀਂ ਆਪਣੀ ELD ਨੂੰ ਯੂਜ਼ ਕਰਦੇ ਰਹੋ। ਕਿਉਂਕਿ ਮੈਨੂੰ ਰੀਸੈਂਟਲੀ ਇੱਕ ਵਾਰ ਪੁੱਲ ਕੀਤਾ ਸੀ ਨੋਇਡਾ ਦੇ ਵਿੱਚ, ਤੇ ਮੇਰਾ ਇੰਟਰਨੈਟ ਜਿੱਦਾਂ ਵਿੱਚ ਬ੍ਰੇਕ ਹੋਇਆ ਸੀਗਾ ਤੇ ਉਹ DOT ਆਫੀਸਰ ਨੇ ਮੈਨੂੰ ਆਪਣੇ ਡੈਸ਼ ਦੇ ਵਿੱਚ ਦਿਖਾਇਆ। ਉਹ ਕਹਿੰਦਾ ਜਿੱਥੇ ਰੈੱਡ ਸਪੌਟ ਆ ਰਿਹਾ, ਕਹਿੰਦਾ ਇਹ ਰੈੱਡ ਸਪੌਟ ਸ਼ੋ ਕਰਦਾ ਹੈ ਕਿ ਇਸ ਟਾਈਮ ਤੇ ਤੇਰਾ ਡੇਟਾ ਟੁੱਟ ਗਿਆ, ਇੰਟਰਨੈਟ ਕਨੈਕਸ਼ਨ ਟੁੱਟ ਗਿਆ। ਕਹਿੰਦਾ ਪਰ ਆਟੋਮੈਟਿਕਲੀ ਆ ਬਲੂ ਸਪੌਟ ਆ ਗਿਆ, ਇਸ ਟਾਈਮ ਤੂੰ ਕਨੈਕਟ ਹੋ ਗਿਆ ਤੇ ਉਹਨੇ ਡਿਵਾਈਸ ਨੇ ਆਪਣੇ ਆਪ ਹੀ ਤੇਰਾ ਡੇਟਾ ਟ੍ਰਾਂਸਫਰ ਕਰ ਦਿੱਤਾ, ਤੇਰੀ ਲੋਕੇਸ਼ਨ, ਤੇਰੀ ਮਾਈਲ ਸਭ ਕੁਝ ਆ ਗਈ। ਕਹਿੰਦਾ ਸਾਨੂੰ ਪਤਾ ਹੈ ਬਲਾਈਂਡ ਸਪੌਟ ਆਉਂਦੇ ਹੈਗੇ ਆ, ਬਲਾਈਂਡ ਸਪੌਟ ਜਿਹੜੇ ਆਉਂਦੇ ਹੈਗੇ ਤੁਹਾਡਾ ਇੰਟਰਨੈਟ ਨਹੀਂ ਹੈਗਾ, ਪਰ ਤੁਸੀਂ ਤੁਹਾਡੀ ਡਿਵਾਈਸ ਉਹ ਇਨਫੋਰਮੇਸ਼ਨ ਤੁਹਾਡੇ ਯਾਨੀ ਕਿ ਟਰੱਕ ਦੇ ਵਿੱਚ ਲੌਗ ਹੋ ਰਹੀ ਹੈ ਸਾਰੀ, ELD 'ਚ ਸਟੋਰ ਹੋਈ ਜਾ ਰਹੀ ਹੈ। ਮਤਲਬ ਹਾਂ, ਜਦ ਤੁਹਾਡਾ ਡੇਟਾ ਰਿਮੋਟ ਸਰਵਰ ਨੂੰ ਕਨੈਕਟ ਹੋਏਗਾ ਤਾਂ ਟ੍ਰਾਂਸਫਰ ਹੋ ਜਾਏਗਾ। ਤਾਂ ਉਹ 'ਚ ਪੇਪਰ ਲੌਗ ਬੁੱਕ ਬਣਾਉਣ ਦੀ ਕੋਈ ਲੋੜ ਨਹੀਂ, ਤੁਸੀਂ ਆਪਣੀ ELD ਜਿੱਦਾਂ ਰੈਗੂਲਰ ਯੂਜ਼ ਕਰਦੇ ਆ ਉਦਾਂ ਹੀ ਯੂਜ਼ ਕਰੋ ਉਹਨੂੰ। ਠੀਕ ਹੈ ਜੀ, ਥੈਂਕ ਯੂ ਅਮਰੀਕ ਜੀ। ਓਕੇ, ਸੋ I do not agree with that because ਜੇ ਜਦੋਂ ਤੁਹਾਡਾ ਡਾਟਾ ਨਹੀਂ ਚੱਲ ਰਿਹਾ ਹੈਗਾ ਉਦੋਂ ਤੁਹਾਨੂੰ ਕਿਤੇ ਵੀ ਸਕੇਲ ਦੇ ਉੱਤੇ ਰੋਕਦੇ ਹੈਗੇ ਆ and you are not able to transfer the data, you will get a ticket. That is the law. ਲੇਕਿਨ ਭਾਜੀ ਉਹਦੇ ਵਿੱਚ ਇਹ ਹੈਗਾ ਕਿ ਜਿਹੜਾ ਤੁਹਾਡਾ ਡਾਟਾ ਹੈਗਾ ਟ੍ਰਾਂਸਫਰ ਨਹੀਂ ਹੋ ਰਿਹਾ, ਠੀਕ ਹੈ, ਲੇਕਿਨ doesn't matter ਭਾਜੀ, ਜੋ ਵੀ ਤੁਸੀਂ ਲੌਗ ਇਨ ਕਰ ਰਹੇ ਹੋ ਤੁਹਾਡੀ ਡਿਵਾਈਸ ਦੇ ਵਿੱਚ ਰਿਕਾਰਡ ਹੋ ਰਿਹਾ ਹੈ। does not matter. The law is
The law is when the law enforcement asks you to transfer the data, you need to transfer the data. If you can't transfer the data, they will give you a ticket. ਕਿ ਜੇ ਉਸ ਜਗ੍ਹਾ ਤੇ That is ਇੰਟਰਨੈਟ the law. ਅਵੇਲੇਬਲ ਨਹੀਂ ਆ, how will you transfer that data? That's your problem. That's not their problem. That's the No, law. I'm talking about the law. that is the problem ਹੈ। ਇਹਦਾ ਵੀ ਤੁਹਾਨੂੰ ਸੋਲੂਸ਼ਨ ਦੱਸ ਦਿੰਦਾ, ਕਿਉਂਕਿ I was stopped once in Montana, ਤੇ ਉੱਥੇ ਰਿਮੋਟ ਏਰੀਆ ਹੈ, ਉੱਥੇ ਇੰਟਰਨੈਟ ਨਹੀਂ ਸੀਗਾ। ਮੇਰੀ ਲੌਗ ਬੁੱਕ ਦੇ ਵਿੱਚ ਪੂਰਾ ਡਾਟਾ ਸੀਗਾ। ਜਿੱਦਾਂ ਮੈਂ ਉਹਨੂੰ ਆਫੀਸਰ ਨੂੰ ਦਿਖਾਇਆ, ਮੈਂ ਕਿਹਾ ਇੱਥੇ ਇੰਟਰਨੈਟ ਨਹੀਂ ਹੈਗਾ, ਆ ਮੇਰੀ ਲੌਗ ਬੁੱਕ ਦੇ ਵਿੱਚ ਹੈਗਾ ਸਭ ਕੁਝ। ਉਹ ਕਹਿੰਦਾ ਯੂ ਹੈਵ ਟੂ ਆਪਸ਼ਨ, ਕਹਿੰਦਾ ਜਾਂ ਤਾਂ ਤੂੰ ਮੈਨੂੰ ਆਪਣੀ ਲੌਗ ਬੁੱਕ ਦੇ ਦੇ, ਮੈਂ ਤੇਰੀ ਲੌਗ ਬੁੱਕ ਪੂਰੀ ਚੈੱਕ ਕਰ ਲਈਗਾ ਜਿਹੜਾ ਪਾਸ ਡਾਟਾ ਹੈ, ਜਾਂ ਫਿਰ ਮੈਨੂੰ 7 ਦਿਨਾਂ ਦੀ ਲੌਗ ਬੁੱਕ ਬਣਾ ਕੇ ਦੇ ਦੇ। ਦੈਟਸ ਇਟ। ਉਹ ਪਹਿਲਾਂ ਤਾਂ ਬਣਾ ਕੇ ਰੱਖਣ ਦੀ ਲੋੜ ਨਹੀਂ ਹੈ ਲੌਗ ਬੁੱਕ। ਯੂ ਕੀਪ ਔਨ ਕੈਰਿੰਗ ਯੋਰ ELD ਐਜ਼ ਇਟ ਇਜ਼, ਗੋ ਵਿਦ ਇਟ, and when you are stopped, you can make the paper log and show it to them. ਠੀਕ ਹੈ ਜੀ। It's your choice, but ਮੈਂ ਜਿਹੜੀ ਗੱਲ ਕਰ ਰਿਹਾ, I'm talking about the law. I'm not talking about ਕਿ ਇੱਕ instance ਦੇ ਵਿੱਚ ਕੀ ਹੋਇਆ। ਨਹੀਂ, ਪਰ ਰਮਨ ਜੀ ਹੁਣ ਜਿੱਦਾਂ ਹੁਣ ਨੇਸ਼ਨ ਵਾਈਡ ਪਤਾ ਆ ਵੀ ਉਹ ਦਿੱਕਤ ਜਿਹੜੀ ਉਹ ਚੱਲ ਰਹੀ ਆ, ਚਲੋ ਠੀਕ ਹੈ, ਇੱਕ ਕਾਨੂੰਨ ਇੱਕ ਉਹ ਹੈਗਾ, ਪਰ ਇੰਨੀ ਤਾਂ ਸਮਝ ਉਹ ਵੀ ਰੱਖਦੇ ਹੋ ਸਕਦੇ ਆ ਵੀ ਆਪਾਂ ਉਮੀਦ ਕਰ ਸਕਦੇ ਵੀ ਉਹ ਵੀ ਸਮਝਣਗੇ ਇਸ ਚੀਜ਼ ਨੂੰ। ਉਸੇ ਵੇਲੇ ਚਲੋ ਟਾਈਮ ਲੱਗ ਸਕਦਾ ਆ, ਇਹ ਤਾਂ ਹੁਣ ਪਤਾ ਨਹੀਂ ਹੁੰਦਾ ਵੀ ਕਦੋਂ ਇਦਾਂ ਦੀ ਆਊਟੇਜ ਜਿਹੜੀ ਉਹ ਆ ਜੂਗੀ। ਇਹੋ ਹੀ ਚੀਜ਼ ਦੇ ਉੱਤੇ ਮੈਂ ਐਮਫਸਿਸ ਕਰ ਰਿਹਾ ਹੈਗਾ ਕਿ when there is a outage, that is the time you need to take a step, and ਜਿੱਥੇ ਜੇ ਹੁਣ ਤੁਸੀਂ ਉੱਥੇ ਜਾ ਕੇ ਬੈਠ ਕੇ ਉਹਨਾਂ ਨੂੰ 7 ਦਿਨ ਦੀ ਬਣਾ ਕੇ ਦੇਣੀ ਆ, why can't you until your ਨਹੀਂ ਚੱਲ ਰਹੀ ਹੈਗੀ, ਤੁਸੀਂ ਆਪਣੀ ਬਣਾ ਕੇ ਰੱਖੋ, ਤੁਸੀਂ ਆਪਣੀ ਪੇਪਰ ਲੌਗ ਬੁੱਕ ਨਾਲ ਬਣਾ ਕੇ ਰੱਖ ਲਓ, ਤੇ ਉੱਥੇ ਕੀ ਫਰਕ ਪੈਣਾ ਹੈਗਾ। ਉੱਥੇ ਜਾ ਕੇ ਵੀ ਤਾਂ ਬੈਠ ਕੇ ਬਣਾਓਗੇ ਨਾ, ਜਿੱਦਾਂ ਭਾਈ ਹੁਣੀ ਕਹਿ ਰਹੇ ਆ। ਮੈਂ ਤਾਂ ਇਹ ਸਿਰਫ ਕਹਿ ਰਿਹਾ ਹੈਗਾ ਕਿ what the law says. Law says if you cannot transfer the data, you will get a ticket. ਜਾਂ ਆਪਾਂ ਪਹਿਲਾਂ ਵੀ ਦੇਖਿਆ ਵੀ ਬਹੁਤ ਸਾਰੇ ਇਸ਼ੂਜ਼ ਦੇ ਉੱਤੇ ਜਿਹੜੇ ਹਾਈਵੇ ਪੈਟਰੋਲ ਵਾਲੇ ਹੁੰਦੇ ਆ, ਹਰ ਇੱਕ ਉਹ ਇੰਡੀਵਿਜੂਅਲ ਲੈਵਲ ਤੇ ਹੀ ਕਰਦੇ, ਕਿਉਂਕਿ ਸਾਰਿਆਂ ਨੂੰ ਸੇਮ ਨੌਲੇਜ ਨਹੀਂ ਹੈਗਾ, ਕਿਸੇ ਨੇ ਕੁਝ ਕਹਿਣਾ ਤੇ ਕਿਸੇ ਨੇ ਕੁਝ ਕਹਿਣਾ। ਹਾਂਜੀ, ਨਹੀਂ ਇਹ ਤਾਂ ਹੈ ਹੀ ਆ, ਇਹ ਤਾਂ ਹੈ ਹੀ। ਉਹ ਕਾਨੂੰਨ ਨੂੰ ਕੋਈ ਕਿਸੇ ਤਰੀਕੇ ਨਾਲ ਦੇਖਦਾ, ਹੋ ਸਕਦਾ ਕੋਈ ਛੱਡ ਵੀ ਦੇਵੇ, ਹੋ ਸਕਦਾ ਕਰ ਵੀ ਦੇਵੇ, ਪਰ ਠੀਕ ਆ, ਕਾਨੂੰਨ ਇਹ ਕਹਿੰਦਾ ਆ ਵੀ ਜੇ ਤੁਸੀਂ ਟਰਾਂਸਫਰ ਨਹੀਂ ਕਰ ਸਕਦੇ ਤਾਂ ਫਿਰ ਉਦੋਂ ਤੁਹਾਨੂੰ ਇਹ ਜਿਹੜੀ ਚੀਜ਼ ਕਰਨੀ ਪੈਣੀ ਆ। ਜਿੱਦਾਂ ਅਮਰੀਕ ਹੋਣਾ ਨੇ ਵੀ ਆਪਣਾ ਐਕਸਪੀਰੀਅੰਸ ਜਿਹੜਾ ਉਹ ਦੱਸਿਆ, ਉਹ ਤੇ ਉਹਨਾਂ ਨੇ 2 ਆਪਸ਼ਨ ਦਿੱਤੀਆਂ ਵੀ ਜਾਂ ਤਾਂ ਬਣਾ ਕੇ ਦੇ ਦਿਓ, ਤੇ ਜਾਂ ਫਿਰ ਆਪਣੀ ਲੌਗ ਬੁੱਕ ਜਿਹੜੀ ਉਹ ਪਈ ਹੈ ਡਾਟਾ ਦਿਖਾ ਦਿਓ, ਤਾਂ ਜੋ ਉਸ ਨੂੰ ਪੂਰੀ ਤਰ੍ਹਾਂ ਉਹ ਚੈੱਕ ਕਰ ਸਕਣ। ਸੋ ਦੋਨਾਂ ਹੀ ਕੇਸਾਂ ਦੇ ਵਿੱਚ ਟਾਈਮ ਜਿਹੜਾ ਉਹ ਜ਼ਰੂਰ ਲੱਗਣਾ ਸੀ। ਥੈਂਕ ਯੂ ਅਮਰੀਕ ਭਾਜੀ ਕਾਲ ਦੇ ਲਈ। ਬਹੁਤ ਗੁੱਡ ਆ, ਪਰ ਨੈਕਸਟ ਟਾਈਮ ਵੀ ਮੇਬੀ ਨੈਕਸਟ ਵੀਕ ਜਾਂ ਉਹਦੋਂ ਨੈਕਸਟ ਵੀਕ ਜੋ ਕੋਈ ਇਦਾਂ ਦੀ ਸਿਚੁਏਸ਼ਨ 'ਚ ਕਿਸੇ ਨੂੰ ਫੜਿਆ, ਪੁਲਿਸ ਵਾਲਿਆਂ ਨੇ ਖੜਾ ਕੀਤਾ, ਕੀ ਹੋਇਆ, ਜ਼ਰੂਰ ਸ਼ੇਅਰ ਕਰਿਓ। ਸੋ ਇਦਾਂ ਇੱਕ ਦੂਜੇ ਨੂੰ ਪਤਾ ਲੱਗਦਾ ਹੈਗਾ ਵੀ ਸਿਚੁਏਸ਼ਨ ਕੀ ਹੋ ਸਕਦਾ, ਕਾਨੂੰਨ ਕੀ ਕਹਿੰਦਾ ਆ ਤੇ ਉੱਥੇ ਉਹ ਕੀ ਕਰਦੇ ਆ। ਕਿ ਆਪਾਂ ਦੇਖਿਆ ਹੀ ਆ ਵੀ ਸੇਮ ਕਾਨੂੰਨ ਨੂੰ ਕੋਈ ਕਿਸੇ ਤਰ੍ਹਾਂ ਪੜ੍ਹ ਰਿਹਾ ਹੁੰਦਾ, ਕੋਈ ਕਿਸੇ ਤਰ੍ਹਾਂ ਪੜ੍ਹ ਰਿਹਾ ਹੁੰਦਾ। ਗੁਰਪਾਲ ਜੀ ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਵਾਈਕਨ ਭਾਜੀ, ਸਤਿ ਸ਼੍ਰੀ ਅਕਾਲ ਤੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਆਪਣੇ ਭਾਜੀ ਚਲੋ ਮੈਂ ਟਰੱਕ ਤਾਂ ਨਹੀਂ ਚਲਾਉਂਦਾ, ਤੇ ਮੈਂ ਜਿਹੜੇ ਆਪਣੇ ਕਾਨਰ ਕਹਿ ਕੇ ਗਏ ਆ, ਤੇ ਮੈਂ ਇਹਨਾਂ ਨਾਲ ਐਗਰੀ ਕਰਦਾ ਕਿ ਮੈਂ ਜਿਹੜੀ ਟੈਕਸੀ ਚਲਾਉਣਾ, ਸਾਡੇ ਵੀ ਆਈ ਕੈਬੀ ਦਾ ਬਣਿਆ ਹੈ ਪਿੱਛੇ ਨਾ, ਸਾਡੇ ਮਤਲਬ ਕਈ ਜਿਹੜੀ ਟਨਲ ਦੇ ਵਿੱਚ ਜਾਈਦਾ, ਅੱਧਾ ਮੀਲ ਪੌਣਾ ਮੀਲ ਟਨਲ ਹੁੰਦੀ ਆ, ਤੇ ਤੁਹਾਡਾ ਜਿਹੜਾ ਟੈਬਲੇਟ ਆ, ਤੁਹਾਡਾ ਮੀਟਰ ਚੱਲਦਾ ਟੋਟਲੀ ਫ੍ਰੀ ਹੋ ਜਾਂਦਾ, ਉੱਤੇ ਲਾਲ ਅੱਖਰ ਆ ਜਾਂਦੇ ਆ, ਜਿਹੜੇ ਮਾਲੇ ਚੱਲਦੇ ਨਾਲ ਨਾ, ਉਹ ਮਾਲੇ ਵੀ ਫ੍ਰੀ ਹੋ ਜਾਂਦੇ ਆ। ਜਦੋਂ ਤੁਸੀਂ ਟਨਲ ਦੇ ਵਿੱਚੋਂ ਬਾਹਰ ਨਿਕਲ ਜਾਂਦੇ ਆ, ਉਹ ਆਟੋਮੈਟਿਕਲੀ ਤੁਸੀਂ ਅੱਧਾ ਮੀਲ ਚਲਾਇਆ, ਮੀਟਰ ਨੇ ਆਪਣੇ ਆਪ ਕੈਲਕੂਲੇਟ ਕਰਕੇ ਅੱਧਾ ਮੀਲ ਦੇ ਮਾਈਲੇਜ ਵਿੱਚ ਐਡ ਕਰ ਦਿੰਦੇ, ਜਿਹੜਾ ਤੁਹਾਡਾ ਫੇਅਰ ਮਤਲਬ ਉੱਥੇ ਸਟਾਪ ਹੋਇਆ ਆ, ਉਸ ਤੋਂ ਬਾਅਦ 2 3 4 ਡਾਲਰ ਦਾ ਜੰਪ ਵੱਜਦਾ ਆਪਣੇ ਨਾ। ਉਹ ਜਦੋਂ ਤੁਸੀਂ ਆਪਣਾ ਨੈਟਵਰਕ ਦੇ ਵਿੱਚ ਆਪਣੇ ਆ ਜਾਂਦੇ ਇੰਟਰਨੈਟ ਦੇ ਵਿੱਚ, ਉਹ ਆਪਣੇ ਆਪ ਹੀ ਕੈਲਕੂਲੇਟ ਕਰਕੇ ਤਾਂ ਉਹ ਤੁਹਾਡਾ ਜਿਹੜਾ ਡੈਬਿਟ ਸਪਾਰ ਚੱਲਿਆ ਹੁੰਦਾ ਤਾਂ ਕਵਰ ਕਰ ਜਾਂਦਾ ਆਪਣੇ ਨਾ, ਇਹੋ ਨਾ ਭਾਜੀ ਨਾ। ਤੇ ਉਸ ਕਰਕੇ ਮੈਂ ਕੱਲ ਨਾਲ ਐਗਰੀ ਆ ਭਾਜੀ ਆਪਣੇ ਨਾ। ਥੈਂਕ ਯੂ। ਚਲੋ ਜੀ, ਠੀਕ ਹੈ ਜੀ। ਨਹੀਂ ਚਲੋ ਇਹ ਮੈਂ ਇਸ ਗੱਲ ਦੇਖੋ, ਲਿਸਨ, ਮੈਂ ਜਿਹੜੀ ਗੱਲ ਹੈ ਨਾ, ਜਿਹੜੀ ਮੈਂ ਕਰ ਰਿਹਾ ਹੈਗਾ, ਤੁਸੀਂ ਗਲਤ ਲੈ ਰਹੇ ਹੈਗੇ। ਆਈ ਨੋ ਸਾਰੇ ਅਮਰੀਕਾ ਦੇ ਵਿੱਚ ਟਰੱਕਰ ਜਿਹੜੇ ਆ, ਉਹ ਸਾਰੇ ਅਮਰੀਕਾ ਦੇ ਵਿੱਚ ਡਾਟਾ ਨਹੀਂ ਚੱਲਦਾ, ਕਿਤੇ ਰਾਹ 'ਚ ਡਾਟਾ ਡਾਊਨ ਹੋ ਜਾਂਦਾ, ਕਿਤੇ ਅਪ ਹੋ ਜਾਂਦਾ, ਕਿਤੇ ਡਾਊਨ ਹੋ ਜਾਂਦਾ, ਕਿਤੇ ਅਪ ਹੋ ਜਾਂਦਾ। ਮੇਰਾ ਕਹਿਣ ਦਾ ਜਿਹੜਾ ਮਤਲਬ ਇਹ ਆ ਕਿ ਜਦੋਂ ਤੁਹਾਡਾ ਸੈਲਫੋਨ ਡਾਟਾ ਡਾਊਨ ਆ ਜਾਂ ਨਹੀਂ ਚੱਲ ਰਿਹਾ, ਤੇ ਤੁਸੀਂ ਸਕੇਲ ਤੇ ਪੁੱਲ ਹੋ ਜਾਂਦੇ ਆ, ਤੇ ਯੂ ਹੈਵ ਤੁਹਾਡੇ ਕੋਲ ਆਪਸ਼ਨ ਇਹ ਹੁੰਦੀ ਆ, you have to transfer the data, you have to give them the data if they want you to, ਠੀਕ ਆ। ਉਹਨਾਂ ਨੇ ਤੁਹਾਡੇ ਕੋਲੋਂ ਡਾਟਾ ਟ੍ਰਾਂਸਫਰ ਕਰਾਉਣਾ ਆ, ਜੇ ਤੁਸੀਂ ਡਾਟਾ ਟ੍ਰਾਂਸਫਰ ਨਹੀਂ ਕਰ ਸਕਦੇ, you will get a ticket, simple as that।
ਮੈਂ ਨਹੀਂ ਕਹਿ ਰਿਹਾ ਕਿ ਰਸਤੇ 'ਚ ਕਿਤੇ ਭਾਜੀ ਟਨਲ ਦੇ ਵਿੱਚ ਜਾਂ ਹੋਰ ਕਿਤੇ ਵੀ ਜਾਂ ਉਹ ਤਾਂ ਹੁੰਦਾ ਹੈ ਐਂਡ ਜਿਹੜੀਆਂ ਤੁਹਾਡੇ ਹੈਗੀਆਂ ਡਿਵਾਈਸਿਸ ਆ ਉਹ ਪਿਕਅਪ ਕਰ ਲੈਂਦੇ ਆ ਡਾਟਾ, ਸਾਰਾ ਕੁਝ ਹੋ ਜਾਂਦਾ। ਦੈਟਸ ਅ ਨਾਰਮਲ ਥਿੰਗ। ਬਟ ਜਿਹੜੀ ਚੀਜ਼ ਹੈਗੀ ਆ ਜਿੱਥੇ ਮੈਂ ਗੱਲ ਕਰ ਰਿਹਾ ਉਹਦਾ ਮਤਲਬ ਇਹ ਹੈਗਾ ਕਿ ਜਦੋਂ ਤੁਸੀਂ ਸਕੇਲ ਦੇ ਉੱਤੇ ਹੈਗੇ ਆ ਜਾਂ ਕਿਤੇ ਰਸਤੇ ਦੇ ਵਿੱਚ ਤੁਹਾਡੀ ਰੋਡ ਸਾਈਡ ਇੰਸਪੈਕਸ਼ਨ ਹੁੰਦੀ ਆ, ਇਫ ਯੂ ਆਰ ਨਾਟ ਏਬਲ ਟੂ ਟ੍ਰਾਂਸਫਰ ਦਾ ਡਾਟਾ ਟੂ ਦਾ ਲਾਅ ਐਨਫੋਰਸਮੈਂਟ you will get a ticket ਜੀ। ਕਾਨੂੰਨ ਇਹ ਕਹਿੰਦਾ ਹੈ ਜੀ। ਹਾਂ ਜੀ। ਆਪਣੇ ਅਗਲੇ ਕਾਲਰ ਨੇ ਮਨਪ੍ਰੀਤ। ਹਾਂਜੀ ਮਨਪ੍ਰੀਤ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹੈਲੋ ਸਤਿ ਸ਼੍ਰੀ ਅਕਾਲ ਜੀ। ਹਾਂਜੀ 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 ਸਤਿ ਸ਼੍ਰੀ ਅਕਾਲ ਜੀ, ਬੋਲੋ ਜੀ। ਹਾਂਜੀ ਭਾਜੀ ਮੇਰਾ ਸਵਾਲ ਸੀਗਾ ਜਿੱਦਾਂ ਕੰਪਨੀ ਜਿੱਦਾਂ ਬੰਦ ਹੋ ਗਈ ਆ ਤੇ ਪੈਸੇ ਲੈਣੇ ਸੀਗੇ ਆਪਾਂ ਤੇ ਉਹ ਜਿੱਦਾਂ ਲੇਬਰ ਕੋਰਟ ਤੇ ਕੇਸ ਕਰ ਸਕਦੇ ਜਾਂ ਨਹੀਂ? ਤੇ ਭਾਜੀ ਕੰਪਨੀ ਬੰਦ ਹੋ ਗਈ ਆ ਮਤਲਬ ਕਿ ਫਿਰ ਤਾਂ ਮੁਸ਼ਕਲ ਹੈਗਾ ਆ ਜੇ ਉਹਨਾਂ ਨੇ ਕਿੱਦਾਂ ਬੈਂਕਰਪਸੀ ਕੀਤੀ ਜਾਂ ਕੀ ਕੀਤਾ ਹੈਗਾ ਆ। ਸੋ ਡਿਪੈਂਡ ਕਰਦਾ ਨਹੀਂ ਕੀਤੀ, ਉਹ ਕੰਪਨੀ ਦੇ ਕਲੇਮ ਜ਼ਿਆਦਾ ਸੀਗੇ, ਉਹ ਇੰਸ਼ੋਰੈਂਸ ਵੱਲੋਂ ਬੰਦ ਹੋਈ। ਹਾਂਜੀ ਫਿਰ ਉਹ ਤੁਸੀਂ ਕਰ ਸਕਦੇ ਆ ਲੇਬਰ ਕੋਰਟ ਦੇ ਵਿੱਚ ਕਲੇਮ ਕਰ ਸਕਦੇ ਆ, ਇਹ ਨਹੀਂ ਹੈਗਾ ਕਿ ਤੁਸੀਂ ਨਹੀਂ ਕਰ ਸਕਦੇ ਜੇ ਲੇਬਰ ਕੋਰਟ ਉਹਨੂੰ ਜਾਇਜ਼ ਮੰਨੂਗੀ। ਤੇ ਤੁਹਾਡਾ ਕੀ ਉੱਥੇ ਤੁਸੀਂ W2 ਤੇ ਕੰਮ ਕਰਦੇ ਸੀ ਕੰਪਨੀ 'ਚ? ਨਹੀਂ ਜੀ 1099 ਤੇ ਕਰਦਾ ਸੀਗਾ ਜੀ ਕੰਮ। ਫਿਰ ਉਹ ਵੀ ਇੱਕ ਸਿਚੁਏਸ਼ਨ ਹੈਗੀ, ਤੁਹਾਡੀ ਆਪਣੀ ਵੀ ਸਿਚੁਏਸ਼ਨ ਹੈਗੀ ਹੈ। ਸੋ ਆਈ ਹੋਪ ਕਿ ਤੁਸੀਂ ਕਰ ਸਕਦੇ ਹੈਗੇ ਆ, ਬਟ ਆਈ ਡੋਂਟ ਨੋ ਦਾ ਫੈਸਲਾ ਉਹਦਾ ਆਊਟਕਮ ਕੀ ਹੋਊਗਾ। ਪਰ ਜੇ ਤੁਸੀਂ ਟਰਾਈ ਜ਼ਰੂਰ ਕਰ ਸਕਦੇ ਆ, ਟਰਾਈ ਜ਼ਰੂਰ ਕਰ ਸਕਦੇ। ਉਹਦਾ ਮੇਰੇ ਕੋਲ ਪ੍ਰੂਫ ਹੈਗੇ ਆ ਸਾਰੇ ਜਿੱਦਾਂ ਲੋਡ ਨਹੀਂ ਉਹ ਤਾਂ ਪ੍ਰੂਫ ਦਿਖਾਉਣੇ ਪੈਣੇ ਨਾ ਇਵੈਂਚੁਅਲੀ ਤਾਂ ਭਾਜੀ, ਪ੍ਰੂਫ ਤੋਂ ਬਗੈਰ ਅਦਾਲਤ ਨੇ ਵੀ ਨਹੀਂ ਮੰਨਣਾ, ਉਹ ਤਾਂ ਦਿਖਾਉਣੇ ਹੀ ਪੈਣੇ ਆ ਤੁਹਾਨੂੰ। ਉਹ ਸਾਰੇ ਦਿਖਾਉਣਗੇ, ਫਿਰ ਉਸ ਤੋਂ ਬਾਅਦ ਹੀ ਉਹ ਆਪਣਾ ਫੈਸਲਾ ਦੇਣਗੇ। ਤੁਹਾਡੇ ਹੱਕ 'ਚ ਜਾਂਦਾ ਆ, ਉਹਨਾਂ ਦੀਆਂ ਲਾਇਬਿਲਿਟੀ ਮੰਨੀਆਂ ਜਾਣਗੀਆਂ, ਲਿਮਿਟਿਡ ਲਾਇਬਿਲਿਟੀ ਸੀ ਕਿ ਉਹਦੇ ਇੰਡੀਵਿਜੂਅਲ ਦੇ ਉੱਤੇ ਜਾ ਸਕਦੇ ਆ ਜਾਂ ਕਿੱਦਾਂ ਆ, ਉਹ ਇਵੈਂਚੁਅਲੀ ਤੁਹਾਨੂੰ ਉਹ ਇਹ ਕਦਮ ਚੱਕਣ ਤੋਂ ਬਾਅਦ 'ਚ ਹੀ ਪਤਾ ਲੱਗਣਾ। ਓਕੇ ਬਾਈ, ਥੈਂਕ ਯੂ। ਮਿਹਰਬਾਨੀ ਜੀ। ਅਮਨਦੀਪ। ਹਾਂਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਭਾਜੀ ਸੁਣਦਾ ਸੀ ਲੋਕ ਦਾ, ਤੁਸੀਂ ਕਹਿੰਦੇ ਸੀ ਨਾ ਵੀ ਉਹ ਟਿਕਟ ਦੇ ਦਿੰਦੇ ਨੇ, ਉਹਦੇ 'ਚ ਮੈਨੂੰ ਨਗਾਲਸ ਐਰੀਜ਼ੋਨਾ ਇੱਕ ਵਾਰੀ ਰੋਕਿਆ ਸੀ, ਇੱਕ ਵਾਰੀ ਐਰੀਜ਼ੋਨਾ ਇੱਧਰ ਹਾਈਵੇ 10 ਤੇ ਰੋਕਿਆ ਸੀ। ਉਦੋਂ ਇੰਟਰਨੈਟ ਦੀ ਪ੍ਰੋਬਲਮ ਸੀ ਜਿੱਦਾਂ ਮੇਰੇ ਕੋਲ, ਤੇ ਉਹਨਾਂ ਨੇ ਮੈਨੂੰ ਵਾਇਓਲੇਸ਼ਨ ਦੇ ਕੇ ਨਾ ਛੱਡਤਾ ਸੀ। ਮੈਂ ਨਾਲ ਲਿਖ ਵੀ ਛੱਡਿਆ ਸੀ ਵੀ ਇੰਟਰਨੈਟ ਨਹੀਂ ਹੈ, ਤਾਂ ਕਰਕੇ ਵੀ ਡਰਾਈਵਰ ਦਾ ਕੋਈ ਫਾਲਟ ਨਹੀਂ ਹੈ ਉਹਦੇ 'ਚ, ਇੰਟਰਨੈਟ ਨਾ ਹੋਣ ਦੇ ਕਰਕੇ ਤੇ ਸਾਨੂੰ ਡਾਟਾ ਨਹੀਂ ਆਇਆ, ਤੇ ਉਹ ਜ਼ਿਆਦਾ ਇਫੈਕਟ ਨਹੀਂ ਕਹਿੰਦਾ ਕਰਦਾ ਉਹਦਾ ਕੰਪਨੀ ਦੇ। ਉਹਨਾਂ ਨੇ ਮੈਨੂੰ ਇੱਦਾਂ ਵਾਇਓਲੇਸ਼ਨ ਦੇ ਕੇ ਛੱਡਤਾ। ਬਾਕੀ ਆਲ ਗੁੱਡ ਸੀ। ਠੀਕ ਹੈ। ਹਾਂਜੀ ਇੰਨਾ ਮੈਂ ਤੁਹਾਨੂੰ ਸ਼ੇਅਰ ਕਰਨਾ ਚਾਹੁੰਦਾ। ਥੈਂਕ ਯੂ ਅਮਨਦੀਪ, ਥੈਂਕ ਯੂ। ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਗੁਰਵਿੰਦਰ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਆਪਣੇ ਲਾਗ ਬੁੱਕ ਦੀ ਸੁਣ ਰਿਹਾ ਸੀ ਮੈਂ, ਉਹ ਜਦੋਂ ਭਾਜੀ ਉਹ ਇਹ ਤੁਹਾਡੀ ਜਿਹੜੀ ਆ ਉਹ ਆਪਣੇ ਡਿਵਾਈਸ ਜਿਹੜੀ ਉਹ ਖਰਾਬ ਨਹੀਂ ਹੋਣੀ ਚਾਹੀਦੀ, ਜੇ ਇੰਟਰਨੈਟ ਨਹੀਂ ਹੈਗਾ ਤੇ ਮੁੜ ਕੇ ਉਹ ਜਦੋਂ ਕਨੈਕਟ ਹੁੰਦਾ ਫਿਰ ਕਵਰ ਕਰ ਦਿੰਦਾ ਉਹ ਜੀ। ਹਾਂਜੀ ਹਾਂਜੀ, ਨਹੀਂ ਉਹ ਤਾਂ ਸਮਝ ਗਏ। ਹਾਂਜੀ ਵੀ ਉਹ ਹਾਂਜੀ ਉਹ ਜਿੱਦਾਂ ਆਪਾਂ ਲਾਗ ਬੁੱਕ ਨਾਲ ਜਿੱਦਾਂ ਹੁਣ ਕੋਈ ਜਿੱਦਾਂ ਲਾ ਲਓ ਵੀ ਜਿੱਥੇ ਇੰਟਰਨੈਟ ਨਹੀਂ ਹੁੰਦਾ, ਉਹ ਜਦੋਂ ਆਪਾਂ ਸਿਟੀ ਪਾਉਣ ਲੱਗਦੇ ਹਾਂ, ਕਈ ਵਾਰ ਸਿਟੀ ਨਹੀਂ ਆਉਂਦੀ। ਇਹਦਾ ਮਤਲਬ ਜਦੋਂ ਜਿੱਦਾਂ ਆਪਾਂ ਫਰਿੱਜ ਨੂੰ ਪਾਉਣਾ, ਜੇ ਇੱਥੇ ਇੰਟਰਨੈਟ ਨਹੀਂ ਹੈਗਾ, ਉਹ ਉਦੋਂ ਹੀ ਪਤਾ ਲੱਗ ਜਾਂਦਾ ਆਪਾਂ ਨੂੰ ਵੀ ਉੱਤੇ ਉਹ ਕਵਰ ਨਹੀਂ ਕਰਨ ਡਿਆ, ਵੀ ਸਿਟੀ ਆਉਣ ਨਹੀਂ ਡਈ। ਫਿਰ ਆਪਾਂ ਉਹ ਮੈਨੂਅਲੀ ਪਾਈ ਦੀ ਆ, ਤੇ ਉਹ ਜਦੋਂ ਆਪਾਂ ਫਿਰ ਥੋੜਾ ਜਿਹਾ ਜਦੋਂ ਚਲਾਉਨੇ ਆਪਾਂ, ਜਦੋਂ ਉਹਨੂੰ ਕਨੈਕਸ਼ਨ ਮਿਲਦਾ ਵਾ ਉਹ ਸਾਰਾ ਰੀਸਟੋਰ ਦੁਬਾਰਾ ਕਰ ਦਿੰਦਾ ਜੀ। ਹਾਂਜੀ ਡਾਟਾ ਸਿੰਕ ਹੋ ਜਾਂਦਾ ਹੈ। ਐਕਚੁਅਲ 'ਚ ਮਸਲਾ ਥੋੜਾ ਜਿਹਾ ਡਿਫਰੈਂਟ ਹੈ। ਡਾਟਾ ਸਿੰਕ ਦਾ ਮਸਲਾ ਨਹੀਂ ਸੀਗਾ, ਡਾਟਾ ਟ੍ਰਾਂਸਫਰ ਵੀ ਟਿਕਟ ਨਾ ਮਿਲ ਜਾਏ। ਡਾਟਾ ਟ੍ਰਾਂਸਫਰ ਦਾ ਮਸਲਾ ਸੀਗਾ ਵੀ ਡਾਟਾ ਜਿਹੜਾ ਉਹ ਟ੍ਰਾਂਸਫਰ ਤੁਸੀਂ ਮੌਕੇ ਸਿਰ ਕਰ ਸਕਦੇ ਆ ਕਿ ਨਹੀਂ। ਜੇ ਨਹੀਂ ਚੱਲ ਰਿਹਾ ਹੁੰਦਾ ਇੰਟਰਨੈਟ ਤੇ ਜਦੋਂ ਤੁਹਾਨੂੰ ਪੁੱਲ ਕਰਦੇ ਆ ਤਾਂ ਉਦੋਂ ਤੁਹਾਡੇ ਕੋਲ ਕੁਝ ਉਹਨਾਂ ਨੂੰ ਦੇਣ ਲਈ ਹੋਣਾ ਚਾਹੀਦਾ ਆ, ਉਦੋਂ ਇਹ ਆਪਸ਼ਨ ਆਉਂਦੀ ਹੈ। ਜੇ ਤੁਸੀਂ ਡਾਟਾ ਟ੍ਰਾਂਸਫਰ ਨਹੀਂ ਕਰ ਸਕਦੇ ਤਾਂ ਫਿਰ ਟਿਕਟ ਜਿਹੜੀ ਉਹ ਤੁਹਾਨੂੰ ਮਿਲ ਸਕਦੀ ਆ। ਸੋ ਇਸ ਲਈ ਉਹ ਚੀਜ਼ ਜਿਹੜੀ ਉਹ ਦੱਸੀ ਗਈ ਸੀ ਜੀ। ਆਪਣਾ ਰਾਜਨ ਜਿਹੜਾ ਆਪਣਾ ਕਹਿਣ ਦਾ ਭਾਵ ਇਹ ਸੀਗਾ, ਕਿਉਂਕਿ ਦੇਖੋ ਹੁਣ ਵਾਈਡ ਸਪਰੈਡ ਸਾਨੂੰ ਪਤਾ ਆ ਕਿ ਸਾਡਾ AT&T ਦਾ ਡਾਟਾ ਬੰਦ ਆ। ਜੀ 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 ਠੀਕ ਆ, AT&T ਦਾ ਫੋਨ ਬੰਦ ਆ। ਜਦੋਂ ਤੁਹਾਨੂੰ ਨੋਨ ਆ, ਪ੍ਰੋਬਲਮ ਪਤਾ ਆ, ਤੇ ਤੁਸੀਂ ਉੱਥੇ ਜਾ ਕੇ ਇਹ ਕਹੋ ਵੀ AT&T ਦਾ ਡਾਟਾ ਬੰਦ ਆ, ਇਸ ਕਰਕੇ
ਮੈਨੂੰ ਛੱਡ ਦਿਓ, ਨਹੀਂ, ਤੁਹਾਨੂੰ ਟਿਕਟ ਆ ਉੱਥੇ, ਠੀਕ ਆ, ਉਹ ਵਾਇਲੇਸ਼ਨ ਆ ਤੁਹਾਡਾ। ਜਦੋਂ ਤੁਹਾਨੂੰ ਪਤਾ ਤੁਹਾਡਾ ਡਾਟਾ ਨਹੀਂ ਚੱਲ ਰਿਹਾ, ਤੁਸੀਂ ਟ੍ਰਾਂਸਫਰ ਨਹੀਂ ਕਰ ਸਕਦੇ, ਤੁਸੀਂ ਆਪਣਾ ਜਿਹੜਾ ਆ ਡਿਵਾਈਸ ਜਿਹੜਾ ਉਹ ਨਹੀਂ ਕੈਪਚਰ ਕਰ ਰਿਹਾ ਹੈਗਾ, ਜਾਂ ਜਦੋਂ ਡਾਟਾ ਹੀ ਨਹੀਂ ਹੈਗਾ, ਤੁਸੀਂ ਉਹਨੂੰ ਆਪਣੀ ਪੇਪਰ ਲੌਗ ਬੁੱਕ ਤੇ ਚਲਾ ਕੇ ਤੁਸੀਂ, ਠੀਕ ਆ, ਜਦੋਂ ਤੁਸੀਂ ਜਾ ਕੇ ਆਪਣਾ ਟ੍ਰਿਪ ਖਤਮ ਕਰਦੇ ਆ ਉਦੋਂ ਤੱਕ ਜੇ ਤੁਹਾਡਾ ਡਾਟਾ ਚੱਲਦਾ ਆ ਤੇ ਦੈਟਸ ਫਾਈਨ, ਜੇ ਨਹੀਂ ਚੱਲਦਾ ਤੇ ਯੂ ਸਟਿਲ ਕੈਨ ਡੂ ਇਟ। ਬਟ ਸਟਿਲ ਜਿਹੜੀ ਪ੍ਰੋਬਲਮ ਹੈਗੀ ਆ, ਆਪਾਂ ਇਹ ਨਹੀਂ ਕਹਿ ਰਹੇ ਕਿ ਰਸਤੇ ਦੇ ਵਿੱਚ ਕੋਈ ਇਸ਼ੂ ਆਉਂਦੇ ਆ, ਬੜੇ ਥਾਂ ਦੇ ਡਾਟਾ ਡ੍ਰੌਪ ਹੋ ਜਾਂਦਾ, ਫਿਰ ਅਪ ਹੋ ਜਾਂਦਾ, ਸਿੰਕ ਹੋ ਜਾਂਦਾ, ਪਰ ਦ ਟਾਈਮ ਹੁਣ ਇਹ ਹੁੰਦੀ ਆ ਕਿ ਜਦੋਂ ਆਪਾਂ ਗੱਲ ਨਹੀਂ ਕਰਦੇ ਕਿ ELD ਦੇ ਆਪਣੀ ਲੌਗ ਬੁੱਕ ਦੇ ਵਿੱਚ ਆਪਾਂ ਜਿਹੜੇ ਆਵਰਸ ਆਫ ਸਰਵਿਸ ਦੇ ਵਿੱਚ ਆ ਕਿ ਸਾਨੂੰ ਅਨਨੋਨ ਜਿਹੜੀਆਂ ਪ੍ਰੋਬਲਮਸ ਕਰਕੇ ਸਾਡੇ ਕੋਲ ਜੇ ਕੁਛ ਸਾਨੂੰ ਕਿਤੇ ਐਕਸੀਡੈਂਟ ਹੋ ਕੇ ਟ੍ਰੈਫਿਕ ਲੱਗ ਜਾਂਦਾ ਤੇ ਅਸੀਂ ਆਪਣੀ ਲੌਗ ਬੁੱਕ ਦੇ ਵਿੱਚ ਉਹ ਬ੍ਰੇਕ ਲੈ ਸਕਦੇ ਹੈਗੇ ਜਾਂ ਕੁਛ ਕਰ ਸਕਦੇ ਹੈਗੇ, ਠੀਕ ਹੈ ਨਾ। ਉਹ ਅਨਨੋਨ ਰੀਜ਼ਨਸ ਹੈ। ਜਿਹੜਾ ਨੋਨ ਰੀਜ਼ਨ ਆ, ਜੇ ਤੁਸੀਂ ਹੁਣ 3 ਵਜੇ LA ਡਾਊਨਟਾਊਨ ਦੇ ਵਿੱਚੋਂ ਲੰਘੋਗੇ ਤੇ ਇਹ ਕਹੋਗੇ ਜੀ ਮੈਨੂੰ ਟ੍ਰੈਫਿਕ ਲੱਗ ਗਿਆ ਤੇ ਤਾਂ ਕਰਕੇ ਮੈਂ 2 ਘੰਟੇ ਨੂੰ ਇਹਨੂੰ ਪੌਜ਼ ਕੀਤਾ ਆ, ਉਹ ਨਹੀਂ ਮੰਨਿਆ ਜਾਣਾ ਜੀ। ਸੋ ਵੀ ਆਰ ਟਰਾਈਂਗ ਟੂ ਸੇ ਕਿ ਨੋਨ ਪ੍ਰੋਬਲਮ ਹੈਗੀ ਆ, ਸੋ ਇਨਸਟੈਡ ਆਫ ਤੁਸੀਂ ਉੱਥੇ ਬਹਿਸ ਕਰਨੇ, ਇਨਸਟੈਡ ਆਫ ਤੁਸੀਂ ਉੱਥੇ ਟਿਕਟ ਲੈਣ ਦੇ, ਜਸਟ ਮੇਕ ਅਪ ਲੀਗਲ ਪੇਪਰ ਲੌਗ, ਰਨ ਯੂਰ ਟ੍ਰਿਪ, ਐਂਡ ਵਨਸ ਤੁਹਾਡਾ ਜਿਹੜਾ ਡਾਟਾ ਠੀਕ ਹੋ ਜਾਊਗਾ ਦੈਨ ਯੂਰ ਡਿਵਾਈਸ ਇਜ਼ ਫਾਈਨ ਜੀ। ਲਾਸਟ ਕਾਲਰ ਆ ਸਤਨਾਮ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ ਤਿੰਨਾਂ ਵੀਰਾਂ ਨੂੰ। ਜੋ ਰਮਨ ਭਾਜੀ ਕਹਿੰਦੇ ਉਹ ਬਿਲਕੁਲ ਟਰੂ ਹੈਗਾ। ਉਹ ਮੇਰੇ ਖਿਆਲ ਆਪਣੇ ਭਾਈ ਜੀ ਅੰਡਰਸਟੈਂਡ ਨਹੀਂ ਕਰਦੇ। ਕਦੇ ਤੁਸੀਂ ਕਈ ਵਾਰੀ ਕਹਿੰਦੇ ਕਲਾਸਾਂ ਚਾਹੀਦੀਆਂ, ਓਰੀਟੇਸ਼ਨ ਚਾਹੀਦੀ ਆ ਨਾ, ਇੰਨੀ ਓਰੀਟੇਸ਼ਨ ਨਹੀਂ ਕੀਤੀ ਉਹ ਲੋਕਾਂ ਨੇ। ਉਹ ਜੋ ਰਮਨ ਭਾਜੀ ਕਹਿੰਦੇ ਆ ਨਾ, ਉਹ ਉਹਨਾਂ ਦੀ ਗੱਲ ਨੂੰ ਨਹੀਂ ਸੁਣਦੇ ਵੀ ਕੀ ਕਹਿ ਰਹੇ ਆ। ਉਹ ਤੁਹਾਨੂੰ ਟਿਕਟ ਆ, ਉਹ ਤੁਹਾਨੂੰ ਉਹਨਾਂ ਨੂੰ ਜੇ ਨਹੀਂ ਟ੍ਰਾਂਸਫਰ ਹੁੰਦਾ, ਤੁਹਾਨੂੰ ਉਹਨਾਂ ਨੂੰ ਲਾਗ ਬੁੱਕ ਦੇਣੀ ਪੈਣੀ, ਪੇਪਰ ਲਾਗ ਬੁੱਕ। ਉਹਦੇ ਤੇ ਤੁਹਾਡਾ ਫਿਲਅਪ ਹੋਣਾ ਚਾਹੀਦਾ, ਕਿੰਨੇ ਘੰਟੇ ਤੁਹਾਨੂੰ ਅਵੇਲੇਬਲ ਆ, ਕਿੰਨੇ ਤੁਸੀਂ ਘੰਟੇ 7 ਦਿਨਾਂ 'ਚ ਵਰਤੇ ਆ। ਮੈਂ ਰਮਨ ਭਾਜੀ ਨਾਲ ਐਗਰੀ ਆ। ਥੈਂਕ ਯੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤ ਹੈ। ਜਾਂਦੇ ਜਾਂਦੇ ਇੱਕ ਖਬਰ ਸਾਂਝੀ ਕਰਦੇ ਜਾਈਏ। ਕੁਛ 25 ਕੁ ਮਿੰਟ ਪਹਿਲਾਂ ਫਰੀਮੌਂਟ ਏਰੀਏ ਦੇ ਵਿੱਚ ਭੁਚਾਲ ਆਇਆ ਬੇ ਏਰੀਏ 'ਚ 3.2 ਮੈਗਨੀਚਿਊਡ ਦਾ। ਹਜੇ ਤੱਕ ਕੋਈ ਇਦਾਂ ਦਾ ਤਾਂ ਨਹੀਂ ਨੁਕਸਾਨ ਵਗੈਰਾ ਹੋਇਆ, ਪਰ ਇਹ ਰੀਸੈਂਟਲੀ ਹੋਇਆ। US ਜੀਓਲੋਜੀਕਲ ਸਰਵੇ ਆ ਉਹ ਜੋ ਰਿਪੋਰਟ ਕਰ ਰਿਹਾ ਵੀ 9:35 ਤੇ ਫਰੀਮੌਂਟ ਏਰੀਏ ਦੇ ਵਿੱਚ 3.2 ਮੈਗਨੀਚਿਊਡ ਦਾ ਭੁਚਾਲ ਆਇਆ ਸੀ ਜੀ। ਬਿਲਕੁਲ। ਤੇ ਬਾਕੀ ਜਿਨ੍ਹਾਂ ਕੋ ਅਜੇ ਐਨਵੀਡੀਆ ਦੇ ਸਟਾਕ ਸੀਗੇ ਉਹ ਬੜੇ ਖੁਸ਼ ਹੋਣੇ ਆ। ਉਹਦੀ ਅਰਨਿੰਗ ਰਿਪੋਰਟ ਗੁੱਡ ਆਈ ਆ। ਸੈਮੀਕੰਡਕਟਰ ਦਾ ਦੌਰ ਚੱਲ ਰਿਹਾ, AI ਦਾ ਦੌਰ ਚੱਲ ਰਿਹਾ। ਐਨਵੀਡੀਆ ਦੀਆਂ ਚਿਪਸ ਜਿਹੜੀਆਂ ਉਹ ਸੋਹਣੀਆਂ ਪਰਫਾਰਮ ਕਰ ਰਹੀਆਂ, ਸੋ ਉਹ ਜਿਹੜੇ ਖਾਸੇ ਖੁਸ਼ ਚੱਲ ਰਹੇ ਹੋਣੇ ਆ।